ਮੱਧਕਾਲੀਨ ਭਾਰਤ ਦੇ ਵਿੱਚ ਇਨਸਾਨੀਅਤ ਦਾ ਜੋ ਘਾਣ ਹੋ ਰਿਹਾ ਸੀਗਾ, ਬਹੁਤ ਹੀ ਬੁਰਾ ਹਾਲ ਸੀ ਇਨਸਾਨੀਅਤ ਦਾ। ਪੰਡਤ ਨੇ ਸਾਰੇ ਅਧਿਕਾਰ ਆਪਣੇ ਹੱਥ ਵਿੱਚ ਰੱਖੇ ਹੋਏ ਸੀਗੇ। ਬ੍ਰਾਹਮਣ ਕਦੇ ਨਹੀਂ ਚਾਹੁੰਦਾ ਸੀਗਾ ਕਿ ਕੋਈ ਹੋਰ ਬੰਦਾ ਰੱਬ ਨੂੰ ਸਮਝੇ ਜਾਂ ਰੱਬ ਦੀ ਪੂਜਾ ਕਰੇ, ਰੱਬ ਨੂੰ ਮੰਨੇ ਜਾਂ ਰੱਬ ਨੂੰ ਸਮਝਣ ਦੀ ਟਰਾਈ ਕਰੇ। ਬ੍ਰਾਹਮਣ ਨੇ ਰੱਬ ਦਾ ਸਾਰਾ ਕਾਰੋਬਾਰ ਆਪਣੇ ਹੱਥ ਵਿੱਚ ਰੱਖਿਆ ਹੋਇਆ ਸੀ ਕਿ ਉਹੀ ਰੱਬ ਦਾ ਨਾਂ ਲੈ ਸਕਦਾ, ਉਹੀ ਰੱਬ ਦੀ ਪੂਜਾ ਕਰ ਸਕਦਾ ਔਰ ਉਹੀ ਰੱਬ ਨੂੰ ਸੁਣ ਸਮਝਾ ਸਕਦਾ, ਹੋਰ ਕੋਈ ਨਹੀਂ। ਇਹੋ ਜਿਹੇ ਹਾਲਾਤ ਦੇ ਵਿੱਚ ਦੋ ਮਹਾਂਪੁਰਖਾਂ ਨੇ ਜਨਮ ਲਿਆ ਔਰ ਜਨਮ ਉਸ ਜਗ੍ਹਾ 'ਤੇ ਲਿਆ, ਉਸ ਧਰਤੀ 'ਤੇ ਲਿਆ ਜਿੱਥੇ ਬ੍ਰਾਹਮਣਵਾਦ ਦਾ ਗੜ੍ਹ ਮੰਨਿਆ ਜਾਂਦਾ ਸੀਗਾ, ਕਾਂਸ਼ੀ ਬਨਾਰਸ ਦੇ ਵਿੱਚ। ਔਰ ਉਹ ਦੋ ਮਹਾਂਪੁਰਖਾਂ ਦਾ ਨਾਮ ਹੈਗਾ, ਇੱਕ ਸਤਿਗੁਰੂ ਰਵਿਦਾਸ ਜੀ ਮਹਾਰਾਜ ਔਰ ਦੂਸਰੇ ਸਤਿਗੁਰੂ ਕਬੀਰ ਜੀ ਮਹਾਰਾਜ। ਇਹ ਦੋਹਾਂ ਹੀ ਸਤਿਗੁਰਾਂ ਨੇ ਬਹੁਤ ਮਿਹਨਤ ਤਪੱਸਿਆ ਦੇ ਨਾਲ ਪਰਮਾਤਮਾ ਨੂੰ ਸਮਝ ਕੇ, ਪਰਮਾਤਮਾ ਦੀ ਪੂਜਾ ਅਰਚਨਾ ਕਰਕੇ ਉਹਨਾਂ ਨੂੰ ਆਪਣੇ ਪਿਆਰ ਵਿੱਚ ਫਸਾਇਆ। ਜੇ ਆਪਾਂ ਭਾਰਤ ਦੀ ਭਗਤੀ ਮੂਵਮੈਂਟ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਬਹੁਤ ਸਾਰੇ ਗੁਰੂ ਪੀਰ ਪੈਗੰਬਰ ਹੋਏ ਔਰ ਉਹਨਾਂ ਸਾਰੇ ਗੁਰੂ ਪੀਰ ਪੈਗੰਬਰਾਂ ਦੇ ਵਿੱਚੋਂ ਸਭ ਤੋਂ ਵੱਡਾ ਜੇ ਕਿਸੇ ਦਾ ਨਾਮ ਹੈਗਾ ਤਾਂ ਉਹ ਹੈਗਾ ਸਤਿਗੁਰੂ ਰਵਿਦਾਸ ਜੀ ਮਹਾਰਾਜ, ਕਿਉਂਕਿ ਉਹ ਸਾਰੇ ਗੁਰੂ ਪੀਰ ਪੈਗੰਬਰਾਂ ਦੇ ਵਿੱਚ ਇੱਕ ਧਰੂ ਤਾਰੇ ਦੇ ਵਾਂਗ ਚਮਕਦੇ, ਵੱਖਰੇ ਚਮਕਦੇ। ਉਹ ਦੋ ਚਾਰ ਗੱਲਾਂ ਉਹਨਾਂ ਦੀ ਸਿਫਤ ਬਾਰੇ ਆਪਾਂ ਸਮਝੀਏ। ਪਹਿਲੀ ਗੱਲ ਤਾਂ ਜਿਸ ਜਗ੍ਹਾ 'ਚ ਉਹ ਪੈਦਾ ਹੋਏ, ਜਿਸ ਧਰਤੀ 'ਤੇ ਉਹ ਪੈਦਾ ਹੋਏ, ਉਹ ਧਰਤੀ ਉਸ ਵੇਲੇ ਇਨਸਾਨੀਅਤ ਦੇ ਬਿਲਕੁਲ ਖਿਲਾਫ ਸੀ। ਇਨਸਾਨੀਅਤ ਦਾ ਸਭ ਤੋਂ ਵੱਧ ਘਾਣ ਉਸ ਧਰਤੀ 'ਤੇ ਹੀ ਹੋ ਰਿਹਾ ਸੀ, ਭਾਰਤ ਦੀ ਧਰਤੀ, ਕਾਂਸ਼ੀ ਬਨਾਰਸ। ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਸਮੇਂ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਢਾਲਿਆ, ਆਪਣੀ ਸਿੱਖਿਆ, ਉੱਚ ਸਿੱਖਿਆ ਪ੍ਰਾਪਤ ਕੀਤੀ। ਭਾਵੇਂ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਅਤੇ ਸਤਿਗੁਰੂ ਕਬੀਰ ਜੀ ਮਹਾਰਾਜ ਜੀ ਦੇ ਜਿਹੜੇ ਗੁਰੂ ਸੀਗੇ ਜਾਂ ਉਹਨਾਂ ਦੇ ਜਿਹੜੇ ਟੀਚਰ ਸੀਗੇ ਉਹ ਸੰਤ ਰਾਮਾਨੰਦ ਸੀਗੇ, ਪਰ ਸੰਤ ਰਾਮਾਨੰਦ ਨੂੰ ਅੱਜ ਜੇ ਕੋਈ ਜਾਣਦਾ, ਉਸ ਮਹਾਨ ਸੇਂਟ ਰਾਮਾਨੰਦ ਨੂੰ ਅੱਜ ਕੋਈ ਜਾਣਦਾ ਭਾਰਤਿਆਂ ਨੂੰ, ਤਾਂ ਸਤਿਗੁਰੂ ਰਵਿਦਾਸ ਅਤੇ ਕਬੀਰ ਮਹਾਰਾਜ ਜੀ ਦੇ ਕਰਕੇ ਜਾਣਦੇ ਆ ਕਿ ਜਦੋਂ ਵੀ ਕੋਈ ਗੱਲ ਕਰਦੇ ਤਾਂ ਇਹ ਗੱਲ ਕੀਤੀ ਜਾਂਦੀ ਆ ਕਿ ਸਤਿਗੁਰੂ ਕਬੀਰ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਗੁਰੂ ਸੰਤ ਰਾਮਾਨੰਦ ਸੀਗੇ। ਸੰਤ ਰਾਮਾਨੰਦ ਇੱਕ ਬਹੁਤ ਵਿਦਵਾਨ ਹੋਏ ਆ, ਬ੍ਰਾਹਮਣ ਕੁਲ ਵਿੱਚੋਂ ਹੋਏ ਔਰ ਉਹ ਕਾਫੀ ਸਾਰੇ ਸਾਧੂ ਸੰਤ ਮਹਾਤਮਾ ਦੇ ਉਹ ਗੁਰੂ ਰਹੇ ਆ। ਅੱਜ ਸਿਰਫ ਗੱਲ ਮੈਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਕਰਨੀ ਕਿ ਕਿੱਦਾਂ ਉਹਨਾਂ ਨੇ ਹਰ ਸਮਾਜ ਦੇ ਇਹਨਾਂ ਕੁਰੀਤੀਆਂ ਜਿਹੜੀਆਂ ਉਸ ਵੇਲੇ ਚੱਲਦੀਆਂ ਸੀਗੀਆਂ ਉਹਨਾਂ ਦੇ ਖਿਲਾਫ ਕਿੱਦਾਂ ਆਵਾਜ਼ ਉਠਾਈ, ਕਿੱਦਾਂ ਕ੍ਰਾਂਤੀ ਲਿਆਂਦੀ। ਬ੍ਰਾਹਮਣ ਉਸ ਟਾਈਮ ਦਾ ਕਹਿੰਦਾ ਸੀਗਾ, ਪੰਡਤ ਕਹਿੰਦਾ ਸੀ ਕਿ ਜੋ ਮੈਨੂੰ ਪਤਾ ਕਿਸੇ ਹੋਰ ਨੂੰ ਪਤਾ ਨਹੀਂ, ਕਿ ਬ੍ਰਾਹਮਣ ਹੀ ਦਿਮਾਗ ਵਰਤ ਸਕਦਾ, ਬ੍ਰਾਹਮਣ ਦੇ ਕੋਲ ਹੀ ਦਿਮਾਗ ਆ, ਹੋਰ ਕਿਸੇ ਕੋਲ ਨਹੀਂ। ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਚੈਲੰਜ ਕੀਤਾ, ਸਾਫ਼ ਚੈਲੰਜ। ਕਿਹੜੇ ਹਿਸਾਬ ਨਾਲ ਕੀਤਾ? ਕੋਈ ਤਲਵਾਰ ਨਹੀਂ ਚੱਕੀ, ਕੋਈ ਕਿਸੇ ਦਾ ਸੋਟਾ ਨਹੀਂ ਮਾਰਿਆ। ਇੱਕ ਆਪਣੀ ਭਗਤੀ ਔਰ ਦੂਸਰੀ ਆਪਣੀ ਨੌਲੇਜ ਦੇ ਨਾਲ, ਗਿਆਨ ਦੇ ਨਾਲ ਹੀ ਬ੍ਰਾਹਮਣ ਦਾ, ਉਸ ਵੇਲੇ ਦੇ ਬ੍ਰਾਹਮਣ ਦਾ ਮੁਕਾਬਲਾ ਕੀਤਾ ਔਰ ਬ੍ਰਾਹਮਣ ਨੂੰ ਹਰਾਇਆ ਕਿੱਦਾਂ? ਉਹਨਾਂ ਦੀ ਆਈਡੀਓਲੋਜੀ ਨੂੰ ਉਹਨਾਂ ਦੇ ਖਿਲਾਫ
ਖੜਾ ਕਰਤਾ, ਇੱਕ ਉਹਨਾਂ ਦੀ ਆਈਡੀਓਲੋਜੀ ਨੂੰ ਖ਼ਤਮ ਕਰਕੇ ਇੱਕ ਉਹਨਾਂ ਦੇ ਖਿਲਾਫ ਨਵੀਂ ਆਈਡੀਓਲੋਜੀ ਖੜੀ ਕੀਤੀ। ਉਹ ਆਈਡੀਓਲੋਜੀ ਸੀਗੀ ਇਨਸਾਨੀਅਤ ਦੀ, ਪਰਮਾਤਮਾ ਦੀ, ਬਰਾਬਰਤਾ ਦੀ, ਤਰੱਕੀ ਦੀ। ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੂੰ ਜੇ ਸਮਝਣਾ ਹੋਵੇ ਤਾਂ ਇੰਨੀ ਗੱਲ ਬਹੁਤ ਆ। ਅਗਰ ਅਸੀਂ ਇਹ ਕਹੀਏ ਕਿ ਗੁਰੂ ਜਾਂ ਉਹਨਾਂ ਨੂੰ ਗੁਰੂ ਸਮਝਣਾ ਕਿਉਂ ਕਹਿੰਦੇ ਗੁਰੂ, ਤਾਂ ਇੰਨਾ ਕੁ ਸ਼ਬਦ ਬਹੁਤ ਆ। ਔਰ ਜਾਂ ਇੰਨੀ ਗੱਲ ਬਹੁਤ ਹੈ ਕਿ ਜਿਹੜੀ ਮੀਰਾ ਬਾਈ ਸੀਗੇ, ਮੀਰਾ ਬਾਈ ਹੁਣੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੂੰ ਆਪਣਾ ਗੁਰੂ ਧਾਰਿਆ ਸੀ। ਔਰ ਉਹਨਾਂ ਦਾ ਇੱਕ ਸ਼ਬਦ, ਛੋਟੀ ਜਿਹੀ ਲਾਈਨ ਇੰਨੀ ਬਹੁਤ ਆ ਇਹ ਕਹਿਣ ਨੂੰ ਕਿ ਉਹ ਗੁਰੂਆਂ ਦੇ ਗੁਰੂ ਆ। ਮੀਰਾ ਜੀ ਦਾ ਇੱਕ ਸ਼ਬਦ ਆਉਂਦਾ ਮੀਰਾ ਬਾਈ ਦਾ ਕਿ ਗੁਰੂ ਮਿਲਿਓ ਗੁਰੂ ਰਵਿਦਾਸ ਜੀ, ਮਿਲਿਓ ਗੁਰੂ ਰਵਿਦਾਸ ਜੀ। ਮਤਲਬ ਉਹਨਾਂ ਨੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੂੰ ਗੁਰੂ ਧਾਰਿਆ। ਇਵੇਂ ਹੀ ਬਹੁਤ ਸਾਰੇ ਹੋਰ ਰਾਜੇ ਰਾਣੀਆਂ ਉਹਨਾਂ ਨੂੰ ਉਸ ਟਾਈਮ ਦੇ ਨੇ ਗੁਰੂ ਧਾਰਿਆ ਸੀ। ਔਰ ਇਹ ਬਹੁਤ ਵੱਡੀ ਅਚੀਵਮੈਂਟ ਸੀਗੀ, ਇੱਕ ਛੋਟੀ ਜਾਤ ਦੇ ਸਮਾਜ ਵਿੱਚੋਂ ਉੱਠ ਕੇ ਰਾਜੇ ਰਾਣੀਆਂ ਦੇ ਗੁਰੂ ਬਣ ਜਾਣਾ। ਇਹ ਤੋਂ ਵੱਡਾ ਪ੍ਰਮਾਣ ਹੋਰ ਕੋਈ ਨਹੀਂ ਚਾਹੀਦਾ। ਜਿਹੜਾ ਇਹ ਕਹਿੰਦਾ ਨਾ ਕਿ ਉਹ ਭਗਤ ਸੀ, ਉਹ ਗੁਰੂ ਸੀਗੇ, ਨਹੀਂ ਸੀਗੇ, ਜੇ ਹੈ ਉਹ ਹੈ, ਇਹ ਤੋਂ ਵੱਡਾ ਪ੍ਰਮਾਣ ਕੋਈ ਨਹੀਂ ਕਿ ਉਸ ਟਾਈਮ ਦੇ ਇਹੋ ਜਿਹੇ ਗੜ੍ਹ ਦੇ ਵਿੱਚ, ਇਹੋ ਜਿਹੇ ਹਾਲਾਤਾਂ ਵਿੱਚ ਰਾਜੇ ਅਤੇ ਰਾਣੀਆਂ ਨੇ ਉਹਨਾਂ ਨੂੰ ਗੁਰੂ ਮੰਨਿਆ। ਇਹ ਤੋਂ ਵੱਡੀ ਐਗਜ਼ਾਮਪਲ ਹੋਰ ਕੋਈ ਹੈ ਨਹੀਂ। ਅਤੇ ਅਸੀਂ ਇਸ ਗੱਲ ਦੇ ਵਿੱਚ ਨਾ ਫਸੀਏ ਕਿ ਉਹ ਫਲਾਨਾ ਭਗਤ ਕਹਿੰਦਾ ਅਤੇ ਫਲਾਨਾ ਗੁਰੂ ਕਹਿੰਦਾ, ਅਸੀਂ ਆਹ ਕਹਾਉਣਾ ਅਤੇ ਉਹ ਕਹਾਉਣਾ। ਗੁਰੂ ਦੀ ਵਿਚਾਰਧਾਰਾ ਨੂੰ ਸਮਝੀਏ ਕਿ ਗੁਰੂ ਸਾਨੂੰ ਕਹਿੰਦੇ ਕੀ ਸੀਗੇ। ਗੁਰੂ ਮਹਾਰਾਜ ਨੇ ਜਿਹੜਾ ਗੱਲ ਕਲੀਅਰ ਕੀਤੀ, ਸਭ ਤੋਂ ਪਹਿਲੀ ਗੱਲ ਇਹ ਇੱਕ ਸ਼ਬਦ ਗੁਰੂ ਮਹਾਰਾਜ ਦਾ ਆਉਂਦਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਘਟਿਕ ਜਲ ਤਰੰਗ ਜੈਸਾ। ਬ੍ਰਾਹਮਣ ਇਹ ਕਹਿੰਦਾ ਸੀਗਾ ਬਈ ਰੱਬ 'ਤੇ ਸਿਰਫ ਬ੍ਰਾਹਮਣ ਦਾ ਕਬਜ਼ਾ, ਜਾਂ ਰੱਬ ਨੂੰ ਸਿਰਫ ਬ੍ਰਾਹਮਣ ਪੂਜਾ ਕਰ ਸਕਦਾ, ਜਾਂ ਰੱਬ ਦੀ ਗੱਲ ਸਿਰਫ ਬ੍ਰਾਹਮਣ ਕਰ ਸਕਦਾ। ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਗੱਲ ਕਲੀਅਰ ਕੀਤੀ ਜਦੋਂ ਆਹ ਸ਼ਬਦ ਉਚਾਰਿਆ ਨਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਲੀਅਰ ਕਰ ਦਿੱਤੀ। ਦੇਖੋ ਗੱਲ ਨੂੰ ਸਮਝੋ। ਸਤਿਗੁਰੂ ਰਵਿਦਾਸ ਜੀ ਮਹਾਰਾਜ ਇਨਸਾਨੀ ਜਾਮੇ ਦੇ ਵਿੱਚ ਆਏ ਸੀ। ਉਸ ਵੇਲੇ ਉਹ ਇਨਸਾਨੀ ਜਾਮੇ ਵਿੱਚ ਸੀਗੇ। ਇੱਕ ਆਮ ਕਹਾਵਤ ਪ੍ਰਚਲਿਤ ਹੈ ਕਿ ਜਦੋਂ ਵੀ ਕਿਤੇ ਇਨਸਾਨੀਅਤ ਦਾ ਘਾਣ ਹੁੰਦਾ ਤਾਂ ਪਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਆਪ ਆਉਂਦਾ। ਇਹੀ ਗੱਲ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਸਾਡੇ ਵਿੱਚ ਕਲੀਅਰ ਕੀਤੀ ਅਤੇ ਬ੍ਰਾਹਮਣ ਨੂੰ ਸਮਝਾਇਆ ਕਿ ਬ੍ਰਾਹਮਣ ਤੂੰ ਕੋਈ ਵੱਡਾ ਨਹੀਂ ਹੈਗਾ ਜਿਹੜਾ ਸਿਰਫ ਰੱਬ ਦਾ ਨਾਂ ਲੈ ਸਕਦਾ, ਜਿਹੜਾ ਤੈਨੂੰ ਸਿਰਫ ਰੱਬ ਦੀ ਨੌਲੇਜ ਹੈਗੀ ਆ। ਸਤਿਗੁਰਾਂ ਨੇ ਕਿਹਾ ਸਾਫ਼, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਘਟਿਕ ਜਲ ਤਰੰਗ ਜੈਸਾ। ਭਾਵ ਕਿ ਇਨਸਾਨ ਔਰ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈਗਾ। ਇਨਸਾਨ ਪਰਮਾਤਮਾ ਦਾ ਰੂਪ ਆ, ਅਸੀਂ ਸਾਰੇ ਪਰਮਾਤਮਾ ਦਾ ਰੂਪ ਆ। ਸਾਡੇ 'ਤੇ ਕੋਈ ਬੰਦਿਸ਼ ਨਹੀਂ। ਕੋਈ ਸਾਨੂੰ ਇਹ ਨਹੀਂ ਕਹਿ ਸਕਦਾ ਕਿ ਤੂੰ ਰੱਬ ਨੂੰ ਤੂੰ ਮੰਨਣਾ ਕਿ ਤੂੰ ਨਹੀਂ ਮੰਨਣਾ। ਬ੍ਰਾਹਮਣ ਪੂਜਾ ਕਰ ਸਕਦਾ, ਚਮਾਰ ਨਹੀਂ ਕਰ ਸਕਦਾ, ਜਾਂ ਬ੍ਰਾਹਮਣ ਖੱਤਰੀ ਪੂਜਾ ਕਰ ਸਕਦੇ ਅਤੇ ਸ਼ੂਦਰ ਵੈਸ਼ ਜਿਹੜੇ ਪੂਜਾ ਨਹੀਂ ਕਰ ਸਕਦੇ। ਜਦੋਂ ਸਤਿਗੁਰਾਂ ਨੇ ਇਹ ਸ਼ਬਦ ਉਚਾਰਿਆ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਤਾਂ ਬ੍ਰਾਹਮਣ ਨੂੰ ਫਿਕਰ ਵੀ ਪੈ ਗਿਆ ਔਰ ਉਹ ਡਰ ਵੀ ਗਿਆ। ਔਰ ਉਹਨੂੰ ਇਸ ਗੱਲ ਦਾ ਜਵਾਬ ਵੀ ਕੋਈ ਨਾ ਆਇਆ ਕਿ ਹੁਣ ਇਸ ਗੱਲ ਦਾ ਜਵਾਬ ਕੀ ਦਿੱਤਾ ਜਾਵੇ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ, ਦੇਖੋ ਗੁਰਾਂ ਦੀ ਬਾਣੀ ਨੂੰ, ਗੁਰਾਂ ਦੀ ਵਿਚਾਰਧਾਰਾ ਨੂੰ ਸਮਝੀਏ। ਸਾਡੇ ਵਿੱਚ ਅਤੇ ਰੱਬ ਵਿੱਚ ਕੋਈ ਫਰਕ ਨਹੀਂ। ਸਾਨੂੰ ਰੱਬ ਤੋਂ ਡਰਨ ਦੀ ਲੋੜ ਕੋਈ ਨਹੀਂ ਹੈਗੀ। ਰੱਬ ਸਾਡਾ ਸਭ ਤੋਂ ਸੱਚਾ ਮਿੱਤਰ ਰੱਬ ਆ। ਅਕੋਰਡਿੰਗ ਟੂ ਗੁਰੂ ਰਵਿਦਾਸ ਜੀ ਮਹਾਰਾਜ ਅਸੀਂ ਸਾਰੇ ਰੱਬ ਦਾ ਰੂਪ ਆ। ਇਹਨੂੰ ਥੋੜ੍ਹਾ ਜਿਹਾ ਹੋਰ ਸਮਝੀਏ ਨਾ ਖੋਲ੍ਹ ਕੇ, ਤਾਂ ਜਿੱਦਾਂ ਗੁਰੂਆਂ ਨੇ ਕਿਹਾ, ਰੱਬ ਇੱਕ ਸੋਨਾ ਅਤੇ ਅਸੀਂ ਉਹ ਸੋਨੇ ਤੋਂ ਬਣੇ ਹੋਏ ਗਹਿਣੇ ਆ। ਰੱਬ ਇੱਕ ਸਮੁੰਦਰ ਆ ਤਾਂ ਸਮੁੰਦਰ ਦੀਆਂ ਅਸੀਂ ਹੈਗੇ ਲਹਿਰਾਂ। ਇਹ ਕਹਿ ਦਈਏ ਰੱਬ ਇੱਕ ਸੂਰਜ, ਬਹੁਤ ਤਪਦਾ ਸੂਰਜ ਆ ਔਰ ਅਸੀਂ ਉਹ ਸੂਰਜ ਦੀਆਂ ਕਿਰਨਾਂ ਆ। ਰੌਸ਼ਨੀ ਅਸੀਂ ਆ, ਸੂਰਜ ਰੱਬ ਆ। ਇੱਦਾਂ ਨੂੰ ਥੋੜ੍ਹਾ ਜਿਹਾ ਸਮਝੋ। ਆਪਣੇ ਵਿੱਚ ਰੱਬ ਵਿੱਚ ਕੋਈ ਫਰਕ ਨਾ ਸਮਝੋ। ਅਸੀਂ ਪਰਮਾਤਮਾ ਦਾ ਰੂਪ ਆ। ਅਸੀਂ ਉਸ ਰੂਪ 'ਚੋਂ ਨਿਕਲੇ ਹਾਂ, ਉਸ ਲਾਈਟ ਵਿੱਚੋਂ ਨਿਕਲੇ ਹਾਂ, ਉਸ ਲਾਈਟ ਵਿੱਚ ਹੀ ਚੱਲ ਜਾਣਾ। ਮਤਲਬ ਕਿ ਅਸੀਂ ਰੱਬ ਦੇ ਰੂਪ ਵਿੱਚੋਂ ਆਏ, ਰੱਬ ਦੇ ਵਿੱਚ ਹੀ, ਕਾਇਨਾਤ ਵਿੱਚ ਹੀ ਅਸੀਂ ਸਮਾ ਜਾਣਾ।
ਇੱਕ ਹੋਰ ਸ਼ਬਦ ਮਹਾਰਾਜ ਦਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਭਾਵ ਸਤਿਗੁਰਾਂ ਨੇ ਸਾਫ਼ ਕਿਹਾ ਕਿ ਦੁਨੀਆ ਦੀ ਕੋਈ ਪਰਵਾਹ ਨਹੀਂ, ਹੇ ਪ੍ਰਮਾਤਮਾ ਤੂੰ ਮੈਨੂੰ ਵਿਸਾਰੀ ਨਾ। ਜੇ ਤੂੰ ਮੇਰੇ ਨਾਲ ਹੈ ਤਾਂ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ। ਜਿੰਨੇ ਵੀ ਮਹਾਰਾਜ ਦੇ ਸ਼ਬਦ ਆ ਉਹਨਾਂ ਨੂੰ ਪੜ੍ਹ ਕੇ ਆਪਣੀ ਜ਼ਿੰਦਗੀ 'ਚ ਅਪਣਾਉਣਾ ਸ਼ੁਰੂ ਕਰੋ। ਤੁਹਾਡੇ ਬਹੁਤ ਸਾਰੇ ਜਿਹੜੇ ਧਾਰਮਿਕ ਕਨਸੈਪਟ ਕਲੀਅਰ ਹੋ ਜਾਣਗੇ। ਮੈਂ ਕਦੀ ਨਹੀਂ ਕਿਹਾ ਕਿ ਧਾਰਮਿਕ ਗੱਪਾਂ ਨੂੰ ਸੁਣੋ, ਕਦੀ ਵੀ ਨਹੀਂ ਕਿਹਾ। ਇੱਕ ਕਹਾਣੀ ਬਹੁਤ ਪ੍ਰਚਲਿਤ ਕੀਤੀ ਹੋਈ ਆ, ਔਰ ਇਹ ਪ੍ਰਚਲਿਤ ਕੀਤੀ ਬ੍ਰਾਹਮਣ ਨੇ ਆ, ਕਿਸੇ ਹੋਰ ਨੇ ਨਹੀਂ। ਉਹ ਕਹਾਣੀ ਹੈਗੀ ਜੰਝੂ ਕੱਢ ਕੇ ਦਿਖਾਲਣੇ, ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਮੋਢੇ 'ਤੇ ਰੰਬੀ ਮਾਰੀ ਔਰ ਜੰਝੂ ਕੱਢ ਕੇ ਦਿਖਾ ਦਿੱਤੇ। ਬਿਲਕੁਲ ਮੈਂ ਇਸ ਕਹਾਣੀ ਨਾਲ ਸਹਿਮਤ ਨਹੀਂ। ਮੇਰੀ ਆਪਣੇ ਇਹ ਵਿਚਾਰ ਆ, ਇਸ ਕਹਾਣੀ ਨਾਲ ਮੈਂ ਬਿਲਕੁਲ ਸਹਿਮਤ ਨਹੀਂ। ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਜੰਝੂ ਕੱਢ ਕੇ ਨਹੀਂ ਦਿਖਾਲਿਆ ਕੋਈ ਵੀ। ਉਹਨੇ ਰਾਜੇ ਨੇ ਜਦੋਂ ਸੱਦਿਆ, ਰਾਜੇ ਦੀ ਕਚਹਿਰੀ ਵਿੱਚ ਜਦੋਂ ਗੱਲ ਹੋਈ ਤਾਂ ਮਹਾਰਾਜ ਨੇ ਇਹ ਕਿਹਾ ਕਿ ਜਿਹੜੇ ਜੰਝੂ ਪੰਡਤ ਪਹਿਨਦਾ ਜਾਂ ਬ੍ਰਾਹਮਣ ਪਾਉਂਦਾ, ਸੂਤ ਦਾ ਜੰਝੂ ਆ ਉਹ ਜੰਝੂ ਦਾ ਕੀ ਫਾਇਦਾ? ਕੋਈ ਫਾਇਦਾ ਨਹੀਂ। ਤੁਸੀਂ ਪਰਮਾਤਮਾ ਦੀ ਜੇਕਰ ਭਗਤੀ ਸਹੀ ਸੱਚੇ ਰੂਪ ਨਾਲ ਕਰਦੇ ਆ ਤਾਂ ਤੁਸੀਂ ਆਪਣੇ ਪੁਰਾਣੇ ਜੀਵਨ ਨੂੰ, ਮਤਲਬ ਪੁਰਾਣੇ ਜਨਮਾਂ ਨੂੰ ਦੇਖ ਸਕਦੇ, ਸਮਝ ਸਕਦੇ ਆ। ਇਹੀ ਗੱਲ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਕਲੀਅਰ ਕੀਤੀ ਸੀ ਕਿ ਮੈਂ 4 ਯੁੱਗ ਦੇਖੇ ਹੋਏ ਆ। ਜਦੋਂ ਉਹਨੇ ਇਹ ਕਿਹਾ ਕਿ ਮੈਂ 4 ਯੁੱਗ ਦੇਖੇ ਹੋਏ ਆ, ਸਤਿਗੁਰ, ਦੁਆਪਰ, ਕਲਯੁਗ, ਸਾਰੇ, ਜਦੋਂ ਉਹਨੇ ਦੱਸਿਆ ਕਿ ਮੈਂ ਸਾਰੇ ਯੁੱਗ ਦੇਖੇ ਹੋਏ ਆ, ਤਾਂ ਉਸ ਸਮੇਂ ਦੇ ਪੰਡਤ ਔਰ ਸਮੇਂ ਦਾ ਰਾਜਾ ਜਿਹੜਾ ਉਹ ਹੈਰਾਨ ਰਹਿ ਗਿਆ ਕਿ ਇੱਦਾਂ ਕਿੱਦਾਂ ਹੋ ਗਈ, ਇਹ ਕਿੱਦਾਂ ਰਵਿਦਾਸ ਮਹਾਰਾਜ ਕਿੱਦਾਂ ਇਹ ਗੱਲ ਕਹਿ ਰਹੇ ਆ। ਤਾਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਖੋਲ੍ਹ ਕੇ ਗੱਲ ਸਮਝਾਈ ਕਿ ਪਰਮਾਤਮਾ ਨੂੰ ਅਗਰ ਤੁਸੀਂ ਸੱਚੇ ਮਨ ਦੇ ਨਾਲ ਮੰਨਦੇ ਆ ਤਾਂ ਤੁਸੀਂ ਆਪਣੇ ਪੁਰਾਣੇ ਜਨਮਾਂ ਨੂੰ ਦੇਖ ਸਕਦੇ ਆ। ਸੋ ਇਸ ਗੱਲ ਦਾ ਵੀ ਬ੍ਰਾਹਮਣ ਕੋਲ ਕੋਈ ਮਤਲਬ ਕੋਈ ਜਵਾਬ ਨਹੀਂ ਹੈਗਾ ਸੀਗਾ। ਅਤੇ ਬ੍ਰਾਹਮਣ ਨੇ ਅਸਲ 'ਚ ਕੀਤਾ ਕਿ ਇੱਕ ਕਹਾਣੀ ਘੜੀ। ਬ੍ਰਾਹਮਣ ਕਦੀ ਨਹੀਂ ਚਾਹੁੰਦਾ ਕਿ ਉਹਦੀ ਜਿਹੜੀ ਪਿੱਠ ਲੱਗੇ। ਉਹਨੇ ਕਹਾਣੀ ਘੜੀ ਕਿ ਸਤਿਗੁਰੂ ਰਵਿਦਾਸ ਨੇ ਮੋਢੇ 'ਤੇ ਰੰਬੀ ਮਾਰ ਕੇ ਅਤੇ ਜੰਝੂ ਕੱਢ ਲਏ। ਇਹ ਮਾਤਰ ਕਹਾਣੀ, ਇਸ ਤੋਂ ਵੱਧ ਕੁਛ ਨਹੀਂ ਹੈਗਾ। ਮਹਾਰਾਜ ਨੇ ਇਹ ਗੱਲ ਸਮਝਾਈ ਸੀ। ਫੇਰ ਇੱਕ ਵਾਰੀ ਕਹਾ ਕਿ ਉਹਨੇ 4 ਯੁੱਗ ਦੇਖੇ ਹੋਏ ਸੀਗੇ ਆਪਣੇ ਪੁਰਾਣੇ ਜਨਮਾਂ ਦੇ, ਔਰ ਤੁਸੀਂ ਵੀ ਦੇਖ ਸਕਦੇ ਆ ਜੇ ਮਹਾਰਾਜ ਦੀ ਉਸ ਗੱਲ ਨੂੰ ਸਮਝੋ, ਜੇ ਮਹਾਰਾਜ ਦੀ ਬਾਣੀ ਨੂੰ ਪੜ੍ਹੋ, ਵਿਚਾਰੋ ਔਰ ਆਪਣੀ ਜ਼ਿੰਦਗੀ 'ਚ ਅਪਣਾਓ ਨਾ, ਤਾਂ ਤੁਸੀਂ ਵੀ ਉਹ ਯੁੱਗ ਆਪਣੇ ਪੁਰਾਣੀ ਲਾਈਫ ਦੇਖ ਸਕਦੇ ਆ। ਇਹ ਮੈਂ ਨਹੀਂ ਇਕੱਲਾ ਕਹਿੰਦਾ, ਬਹੁਤ ਸਾਰੇ ਦੁਨੀਆ ਦੇ ਗ੍ਰੰਥ ਹੈਗੇ ਜਿਹੜੀ ਇਹ ਗੱਲ ਕਰਦੇ ਆ ਕਿ ਤੁਸੀਂ ਜਦੋਂ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਆ ਭਗਤੀ ਕਰਕੇ, ਉਹਦਾ ਨਾਮ ਜਪ ਕੇ, ਤਾਂ ਤੁਸੀਂ ਆਪਣੇ ਪੁਰਾਣੇ ਸਮੇਂ ਨੂੰ ਦੇਖ ਸਕਦੇ ਹੁੰਦੇ ਆ। ਇੱਕ ਛੋਟੀ ਜਿਹੀ ਗੱਲ ਮੈਂ ਸ਼ੇਅਰ ਕਰਦਾ, ਜਿਹੜੀ ਅੱਜ ਕੱਲ੍ਹ ਇੱਕ ਸਾਇੰਸ ਚੱਲਦੀ ਨਾ, ਹਿਪਨੋਥੈਰੇਪੀ ਚੱਲਦੀ ਆ, ਕਿ ਤੁਹਾਨੂੰ ਹਿਪਨੋਟਾਈਜ਼ ਕਰਕੇ ਤੁਹਾਡੇ ਤੋਂ ਤੁਹਾਡੀਆਂ ਗੱਲਾਂ ਕਹਾ ਲਈਆਂ ਜਾਂਦੀਆਂ ਜਾਂ ਤੁਹਾਡੇ ਪੁਰਾਣੇ ਟਾਈਮ ਵੀ ਕਢਾ ਲਿਆ ਜਾਂਦਾ। ਇਸੇ ਚੀਜ਼ ਨੂੰ ਭਗਤੀ ਨਾਲ ਔਰ ਰੱਬ ਦੀ ਆਰਾਧਨਾ ਨਾਲ ਵੀ ਕੀਤਾ ਜਾ ਸਕਦਾ। ਸੋ ਕਹਿਣ ਦਾ ਮੇਰਾ ਇੰਨਾ ਕੁ ਮਤਲਬ ਆ, ਹੋਰ ਕੁਛ ਨਹੀਂ, ਕਿ ਪਰਮਾਤਮਾ ਨੂੰ ਮੰਨਣਾ, ਸਮਝਣਾ, ਉਹਨੂੰ ਸਮਝੋ, ਉਹਨੂੰ ਸਮਝਣ ਦੀ ਲੋੜ ਆ। ਪਖੰਡਬਾਜ਼ੀ ਤੋਂ ਬਾਹਰ ਨਿਕਲੋ। ਪਖੰਡਬਾਜ਼ੀ ਵਿੱਚ ਤੁਹਾਡਾ ਕੋਈ ਹੱਲ ਨਹੀਂ ਹੋਣਾ, ਤੁਹਾਡਾ ਕੋਈ ਫਾਇਦਾ ਨਹੀਂ ਹੋਣਾ। ਬਹੁਤ ਲੋਕ ਕਹਿਣਗੇ ਇੱਦਾਂ ਨਹੀਂ ਅਤੇ ਉੱਦਾਂ ਨਹੀਂ, ਅਤੇ ਐਂ ਕਰ ਲਓ, ਇੱਥੇ ਮੱਥਾ ਟੇਕ ਲਓ, ਉੱਥੇ ਪ੍ਰਸ਼ਾਦ ਕਰਾ ਦਿਓ, ਉੱਥੇ ਪਾਠ ਕਰਾ ਦਿਓ, ਇੱਥੇ ਪਾਠ ਕਰਾ ਦਿਓ, ਕੁਛ ਨਹੀਂ ਹੋਣਾ। ਪਰਮਾਤਮਾ ਨੂੰ ਸਮਝੋ, ਬਾਣੀ ਨੂੰ ਸਮਝੋ, ਬਾਣੀ ਦੀ ਤਾਕਤ ਨੂੰ ਸਮਝੋ। ਉਹ ਫਿਰ ਬਾਣੀ ਕੋਈ ਵੀ ਹੋਵੇ, ਇਹ ਨਹੀਂ ਗੱਲ ਕਿ ਕਿਹੜੀ ਬਾਣੀ ਤੁਸੀਂ ਪੜ੍ਹਨੀ। ਤੁਸੀਂ ਭਾਵੇਂ ਹਿੰਦੂ ਮੰਤਰ ਪੜ੍ਹ ਲਓ, ਤੁਸੀਂ ਭਾਵੇਂ ਜਿਹੜੀ ਮੁਸਲਿਮ ਨਾਇਤਾਂ ਉਹ ਪੜ੍ਹ ਲਓ, ਤੁਸੀਂ ਭਾਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਪੜ੍ਹ ਲਓ, ਤੁਸੀਂ ਭਾਵੇਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਪੜ੍ਹ ਲਓ, ਤੁਸੀਂ ਭਾਵੇਂ ਬੁੱਧ ਧਰਮ ਦੇ ਜਿਹੜੇ ਹੈਗੇ ਨੇ
ਸਿਧਾਂਤ ਉਹ ਪੜ੍ਹ ਲਓ ਜੋ ਮਰਜ਼ੀ ਪੜ੍ਹੋ, ਪਰਮਾਤਮਾ ਨੂੰ ਹਮੇਸ਼ਾ ਅੰਗ ਸੰਗ ਸਹਾਈ ਮੰਨੋ। ਸਾਡੇ ਸਾਹਮਣੇ ਦਿਸਦਾ ਪਰਮਾਤਮਾ, ਕਿਤੇ ਲੁਕੀ ਹੋਈ ਚੀਜ਼ ਨਹੀਂ ਹੈਗੀ। ਸੋ ਇੰਨੀ ਗੱਲ ਕਰਨੀ ਸੀਗੀ। ਜੇ ਵੀਡੀਓ ਚੰਗੀ ਲੱਗਿਆ ਹੋਵੇ ਤਾਂ ਪਲੀਜ਼ ਸ਼ੇਅਰ ਕਰ ਦਿਆ ਕਰਿਓ, ਲਾਈਕ ਸ਼ੇਅਰ ਕਰ ਦਿਆ ਕਰੋ ਆਪਣੇ ਗਾਹਾਂ ਸੱਜਣਾ ਮਿੱਤਰਾਂ ਨਾਲ, ਪਿਆਰਿਆਂ ਨਾਲ। ਜਿੱਦਾਂ ਮੈਂ ਪਹਿਲਾਂ ਕਿਹਾ ਕਿ ਬੈੱਡ ਤੋਂ ਹੀ ਹਲੇ ਗੱਲਬਾਤ ਚੱਲਦੀ, ਕੋਈ ਨਹੀਂ, ਜਿੰਨੀ ਦੇਰ ਹੈਗੇ ਆ, ਜਦ ਤੱਕ ਠੀਕ ਨਹੀਂ ਹੁੰਦਾ ਮੈਂ ਬੈੱਡ ਤੋਂ ਪ੍ਰੋਗਰਾਮ ਛੋਟੇ ਛੋਟੇ ਕਰੀ ਜਾਣੇ ਇੱਦਾਂ ਹੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਪਲੀਜ਼ ਸ਼ੇਅਰ ਆਪਣੇ ਸੱਜਣਾ ਮਿੱਤਰਾਂ ਨਾਲ ਕਰ ਦਿਆ ਕਰੋ ਵੀਡੀਓਜ਼ ਨੂੰ। ਥੈਂਕ ਯੂ। ਆਪਣਾ ਚੈਨਲ ਹੈਗਾ ਜੀ DTV